ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਉੱਪਰ ਸਵਾਗਤ ਹੈ। ਅੱਜ ਅਸੀਂ ਕਰਾਂਗੇ ਪੰਜਾਬੀ ਦਾ ਲੇਖ ਗੁਰੂ ਗੋਬਿੰਦ ਸਿੰਘ ਜੀ। ਇਸ ਲੇਖ ਦੇ ਵਿੱਚ ਅਸੀਂ ਪੁਆਇੰਟਸ ਦੇ ਵਿੱਚ ਇਹਨੂੰ ਕਰਾਂਗੇ ਤੇ ਦੇਖਦੇ ਹਾਂ ਕਿ ਅਸੀਂ ਪੁਆਇੰਟਸ ਦੇ ਵਿੱਚ ਸਭ ਤੋਂ ਪਹਿਲੇ ਕੀ ਕਰਾਂਗੇ, ਕੀ ਲਿਖਾਂਗੇ। ਸਭ ਤੋਂ ਪਹਿਲੇ ਦੱਸਾਂਗੇ ਅਸੀਂ ਕਿ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਸਨ। ਦੂਸਰੇ ਪੁਆਇੰਟ 'ਤੇ ਅਸੀਂ ਲਿਖਾਂਗੇ ਉਹਨਾਂ ਦੇ ਜਨਮ ਤੇ ਮਾਤਾ ਪਿਤਾ ਦੇ ਬਾਰੇ ਵਿੱਚ। ਤੀਸਰੇ ਦੇ ਵਿੱਚ ਲਿਖਾਂਗੇ ਆਨੰਦਪੁਰ ਆਉਣਾ, ਕਿ ਬਾਅਦ ਵਿੱਚ ਆਨੰਦਪੁਰ ਆ ਗਏ। ਫਿਰ ਉਹਨਾਂ ਦੇ ਪਿਤਾ ਦੀ ਕੁਰਬਾਨੀ ਬਾਰੇ ਦੱਸਾਂਗੇ। ਫਿਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗੀ ਤਿਆਰੀਆਂ ਬਾਰੇ ਦੱਸਾਂਗੇ। ਫਿਰ ਇਹ ਦੱਸਾਂਗੇ ਕਿ ਉਹ ਮਹਾਨ ਕਵੀ ਸਨ। ਫਿਰ ਇਹ ਵੀ ਦੱਸਾਂਗੇ ਕਿ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਫਿਰ ਦੱਸਾਂਗੇ ਮੁਗਲ ਫੌਜਾਂ ਨਾਲ ਯੁੱਧ ਤੇ ਉਹਨਾਂ ਦੀਆਂ ਕੁਰਬਾਨੀਆਂ। ਫਿਰ ਦੱਸਾਂਗੇ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਦੇ ਵਿੱਚ। ਫਿਰ ਦੱਸਾਂਗੇ ਬੰਦਾ ਬਹਾਦਰ ਨੂੰ ਪੰਜਾਬ ਵੱਲ ਤੋਰਨਾ ਤੇ ਲਾਸਟ 'ਤੇ ਜੋਤੀ ਜੋਤ ਸਮਾਉਣਾ। ਬੱਚਿਓ, ਇਹ ਮੈਂ ਇਸ ਕਰਕੇ ਪੁਆਇੰਟ ਬਣਾਉਣੀ ਆ ਕਿ ਜਿਸ ਲਈ ਤੁਸੀਂ ਸਾਰਾ ਇਹ ਲੇਖ ਪੜ੍ਹ ਲਓ ਅਤੇ ਤੁਹਾਨੂੰ ਆਰਾਮ ਨਾਲ ਮੀਨਸ ਕਿ ਤੁਸੀਂ ਇਹਨਾਂ ਨੂੰ ਯਾਦ ਕਰ ਸਕੋ, ਤੁਹਾਨੂੰ ਕੋਈ ਮੁਸ਼ਕਿਲ ਨਾ ਹੋਵੇ। ਅਤੇ ਦੂਸਰੀ ਗੱਲ ਇਹ ਆ ਕਿ ਜਦੋਂ ਵੀ ਤੁਸੀਂ ਪੁਆਇੰਟ ਲਿਖਣੇ ਆ ਅਤੇ ਸੀਰੀਜ਼ ਦੇ ਵਾਈਜ਼ ਹੀ ਲਿਖਣੇ ਆ। ਇਹ ਨਹੀਂ ਆ ਕਿ ਤੁਸੀਂ ਪਹਿਲੇ ਪਿਤਾ ਦੀ ਕੁਰਬਾਨੀ ਲਿਖ ਦਿਓ, ਫਿਰ ਜੰਗੀ ਤਿਆਰੀਆਂ ਫਿਰ ਤੁਸੀਂ ਦੱਸ ਦਿਓ ਕਿ ਜਨਮ ਤੇ ਮਾਤਾ ਪਿਤਾ, ਹੈ ਨਾ। ਮਤਲਬ ਕਿ ਸਭ ਤੋਂ ਪਹਿਲੇ ਉਹਨਾਂ ਦੀ ਜਿਸ ਤਰ੍ਹਾਂ ਜੀਵਨ ਦੇ ਵਿੱਚ ਉਹਨਾਂ ਦੇ ਨਾਲ ਘਟਨਾ ਘਟਦੀਆਂ ਗਈਆਂ, ਉਸੇ ਤਰ੍ਹਾਂ ਅਸੀਂ ਉਹਨਾਂ ਨੂੰ ਲਿਖਾਂਗੇ। ਅਤੇ ਹੁਣ ਅਸੀਂ ਸਟਾਰਟ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਲੇਖ। ਸਭ ਤੋਂ ਪਹਿਲੇ ਅਸੀਂ ਲਿਖਾਂਗੇ ਸਿੱਖਾਂ ਦੇ 10ਵੇਂ ਗੁਰੂ, ਜਿਹਦੇ ਵਿੱਚ ਅਸੀਂ ਦੱਸਾਂਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬ ਦੇ ਇਤਿਹਾਸ ਵਿੱਚ ਉੱਚਾ ਸਥਾਨ ਪ੍ਰਾਪਤ ਹੈ। ਆਪ ਸਿੱਖਾਂ ਦੇ 10ਵੇਂ ਅਤੇ ਅੰਤਿਮ ਗੁਰੂ ਹੋਏ ਸਨ। ਆਪ ਨੇ ਭਾਰਤ ਦੀ ਸੁੱਤੀ ਕੌਮ ਨੂੰ ਜਗਾਇਆ ਅਤੇ ਉਸ ਦੀ ਮੁਰਦਾ ਵਿੱਚ ਜਾਨ ਪਾਈ। ਆਪ ਮਹਾਨ ਕਵੀ, ਬਹਾਦਰ ਜਰਨੈਲ, ਸੂਝਵਾਨ ਆਗੂ ਅਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਸਨ। ਆਪ ਦੇ ਵਿਅਕਤੀਤਵ ਦੀ ਮਹਿਮਾ ਕਰਦਾ ਹੋਇਆ ਕਵੀ ਗੁਰਦਾਸ ਲਿਖਦਾ ਹੈ, ਵਾਹ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅਤੇ ਬੱਚਿਓ, ਅਗਰ ਤੁਸੀਂ ਵੱਡੀਆਂ ਕਲਾਸਾਂ ਦੇ ਵਿੱਚ ਪੜ੍ਹਦੇ ਹੋ ਅਤੇ ਜਦੋਂ ਵੀ ਤੁਸੀਂ ਕੋਈ ਲੇਖ ਲਿਖਦੇ ਹੋ ਅਤੇ ਉਹਦੇ ਵਿੱਚ ਮੀਨਸ ਕਿ ਜਿਸ ਤਰ੍ਹਾਂ ਕਾਵ ਸਤਰਾਂ ਹੁੰਦੀਆਂ, ਜਿਸ ਤਰ੍ਹਾਂ ਇਹ ਲਿਖਿਆ ਹੋਇਆ ਵਾਹ ਪ੍ਰਗਟਿਓ ਮਰਦ ਅਗੰਬੜਾ, ਅਗਰ ਤੁਸੀਂ ਇਸ ਤਰ੍ਹਾਂ ਦਾ ਆਪਣੇ ਲੇਖ ਦੇ ਵਿੱਚ ਲਿਖ ਕੇ ਆਓਗੇ ਅਤੇ ਇਹਦੇ ਨਾਲ ਇੰਪਰੈਸ਼ਨ ਬਹੁਤ ਵਧੀਆ ਪੈਂਦਾ ਏ, ਠੀਕ ਹੈ। ਅਤੇ ਉਹਦੇ ਨਾਲ ਕੀ ਹੈ ਕਿ ਤੁਹਾਡੇ ਵਧੀਆ ਨੰਬਰ ਮੀਨਸ ਕਿ 10 ਆਊਟ ਆਫ 10 ਆਉਣ ਦੇ ਪੂਰੀ ਆਸ ਹੁੰਦੀ ਹੈ। ਨੈਕਸਟ ਆ ਜਾਏਗਾ ਜਨਮ ਅਤੇ ਮਾਤਾ ਪਿਤਾ। ਇਹਦੇ ਵਿੱਚ ਅਸੀਂ ਲਿਖਾਂਗੇ ਆਪ ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ ਵਿਖੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਜਨਮ ਤੋਂ ਪਿੱਛੋਂ ਆਪ ਨੇ ਸੈਯਦ ਭੀਖਨ ਸ਼ਾਹ ਦੀਆਂ ਲਿਆਂਦੀਆਂ 2 ਕੁੱਜੀਆਂ ਉੱਤੇ ਦੋਵੇਂ ਹੱਥ ਰੱਖ ਕੇ ਹਿੰਦੂਆਂ ਮੁਸਲਮਾਨਾਂ ਦੇ ਸਾਂਝੇ ਗੁਰੂ ਹੋਣ ਦਾ ਸਬੂਤ ਦਿੱਤਾ। ਬਚਪਨ ਵਿੱਚ ਆਪ ਬਾਲਕਾਂ ਦੀਆਂ ਫੌਜਾਂ ਬਣਾ ਕੇ ਇੱਕ ਦੂਜੇ ਦੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ। ਕੋਈ ਕੀ ਜਾਣਦਾ ਸੀ ਕਿ ਇਹ ਬਾਲਕ ਵੱਡਾ ਹੋ ਕੇ ਜ਼ੁਲਮ ਦਾ ਨਾਸ਼ ਕਰਨ ਲਈ ਹਕੂਮਤ ਨਾਲ ਹਥਿਆਰਬੰਦ ਟੱਕਰ ਲਵੇਗਾ। ਹੁਣ ਅਸੀਂ ਅਗਲਾ ਪੁਆਇੰਟ ਲਿਖਾਂਗੇ ਆਨੰਦਪੁਰ ਆਉਣਾ, ਜਿਹਦੇ ਵਿੱਚ ਅਸੀਂ ਲਿਖਦੇ ਹਾਂ 1962 ਈਸਵੀ ਵਿੱਚ ਆਪ ਦੇ ਪਿਤਾ ਜੀ ਪਟਨਾ ਨੂੰ ਛੱਡ ਕੇ ਆਨੰਦਪੁਰ ਆ ਗਏ। ਇੱਥੇ ਆਪ ਦੇ ਪਿਤਾ ਜੀ ਨੇ ਆਪ ਨੂੰ ਸ਼ਸਤਰ ਵਿੱਦਿਆ ਦੇ ਨਾਲ ਨਾਲ ਧਾਰਮਿਕ ਵਿੱਦਿਆ ਵੀ ਦਿੱਤੀ। ਆਪ ਨੇ ਪੰਜਾਬੀ, ਫਾਰਸੀ, ਹਿੰਦੀ, ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾ ਵਿੱਚ ਨਿਪੁੰਨਤਾ ਪ੍ਰਾਪਤ ਕੀਤੀ। ਹੁਣ ਅਸੀਂ ਲਿਖਾਂਗੇ ਪਿਤਾ ਦੀ ਕੁਰਬਾਨੀ। ਇਹਦੇ ਵਿੱਚ ਲਿਖਦੇ ਹਾਂ, ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖਤਮ ਕਰਨ ਲਈ ਅੱਤ ਚੁੱਕੀ ਹੋਈ ਸੀ। ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਸ਼ਿਕਾਇਤ ਲਈ ਆਏ। ਉਸ ਸਮੇਂ ਆਪ ਕੇਵਲ 9 ਸਾਲਾਂ ਦੇ ਸਨ। ਆਪ ਨੇ ਆਪਣੇ ਪਿਤਾ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਦੇ ਵਿਰੁੱਧ ਕੁਰਬਾਨੀ ਦੇਣ ਲਈ ਭੇਜ ਦਿੱਤਾ। ਨੈਕਸਟ ਆ ਜਾਏਗਾ ਜੰਗੀ ਤਿਆਰੀਆਂ, ਜਿਹਦੇ ਵਿੱਚ ਅਸੀਂ ਲਿਖਾਂਗੇ ਪਿਤਾ ਦੀ ਸ਼ਹੀਦੀ ਤੋਂ ਪਿੱਛੋਂ ਆਪ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ 10ਵੇਂ ਵਾਰਿਸ ਬਣੇ। ਆਪ ਨੇ ਜ਼ੁਲਮ ਮੁਗਲ ਰਾਜ ਨੂੰ ਖਤਮ ਕਰਨ ਲਈ ਸਿੱਖ ਕੌਮ ਨੂੰ ਇਕਮੁੱਠ ਕੀਤਾ ਅਤੇ ਸ਼ਸਤਰ ਵਿੱਦਿਆ ਦੇਣੀ ਸ਼ੁਰੂ ਕੀਤੀ। ਸ਼ਸਤਰ ਵਿੱਦਿਆ ਹੁੰਦੀ ਆ ਤਲਵਾਰਾਂ ਸਿਖਾਉਣੀਆਂ, ਤਲਵਾਰਾਂ ਨਾਲ ਲੜਨਾ ਸਿਖਾਉਣਾ, ਹੈ ਨਾ, ਘੋੜਸਵਾਰੀ ਵਗੈਰਾ, ਇਹ ਸਾਰਾ ਸ਼ਸਤਰ ਵਿੱਦਿਆ ਦੇ ਵਿੱਚ ਆਉਂਦਾ ਹੈ। ਆਪ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ
ਕਿ ਉਹ ਉਹਨਾਂ ਦੇ ਦਰਸ਼ਨਾਂ ਲਈ ਆਉਂਦੇ ਸਮੇਂ ਉਹਨਾਂ ਲਈ ਹਥਿਆਰ ਅਤੇ ਘੋੜੇ ਲੈ ਕੇ ਆਉਣ। ਨਾਲ ਹੀ ਇਹ ਵੀ ਹੁਕਮ ਦਿੱਤਾ ਕਿ ਜਿਸ ਸਿੱਖ ਦੇ 4 ਪੁੱਤਰ ਹਨ ਉਹ ਇੱਕ ਨੂੰ ਗੁਰੂ ਜੀ ਦੀ ਸੈਨਾ ਵਿੱਚ ਭੇਜ ਦੇਵੇ। ਗੁਰੂ ਜੀ ਦੀਆਂ ਸੈਨਿਕ ਤਿਆਰੀਆਂ ਨੂੰ ਪਹਾੜੀ ਰਾਜੇ ਬਰਦਾਸ਼ਤ ਨਾ ਕਰ ਸਕੇ। ਬਿਲਾਸਪੁਰ ਦੇ ਰਾਜਾ ਭੀਮ ਚੰਦ ਤੇ ਸ਼੍ਰੀਨਗਰ ਦੇ ਰਾਜਾ ਫਤਿਹ ਸ਼ਾਹ ਨੇ ਕੁਝ ਰਾਜਿਆਂ ਨੂੰ ਇਕੱਠੇ ਕਰਕੇ ਆਪ ਉੱਤੇ ਚੜ੍ਹਾਈ ਕਰ ਦਿੱਤੀ। ਪੰਗਾਣੀ ਦੇ ਸਥਾਨ 'ਤੇ 1686 ਈਸਵੀ ਵਿੱਚ ਯੁੱਧ ਹੋਇਆ ਤੇ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ। ਇਸ ਪਿੱਛੋਂ ਆਪ ਨੇ ਕਈ ਕਿਲ੍ਹੇ ਬਣਵਾਏ। ਹੁਣ ਅਸੀਂ ਦੱਸਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਨ ਕਵੀ ਸਨ, ਜਿਹਦੇ 'ਚ ਲਿਖਾਂਗੇ ਆਪ ਇੱਕ ਮਹਾਨ ਸਾਹਿਤ ਰਸੀਏ ਤੇ ਕਵੀ ਸਨ। ਆਪ ਦੇ ਦਰਬਾਰ ਵਿੱਚ 52 ਕਵੀ ਸਨ। ਚੰਡੀ ਦੀ ਵਾਰ ਆਪ ਦੀ ਉਸ਼ਤਮ ਵੀਰ ਰਸੀ ਕਵਿਤਾ ਹੈ। ਆਪ ਨੇ ਪੰਜਾਬੀ ਬ੍ਰਜ ਭਾਸ਼ਾ ਤੇ ਫਾਰਸੀ ਵਿੱਚ ਕਾਵਿ ਰਚਨਾ ਕੀਤੀ। ਹੁਣ ਖਾਲਸਾ ਪੰਥ ਦੀ ਸਾਜਨਾ, ਜਿਹਦੇ ਵਿੱਚ ਅਸੀਂ ਦੱਸਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਤਰ੍ਹਾਂ ਖਾਲਸਾ ਪੰਥ ਦੀ ਸਥਾਪਨਾ ਕੀਤੀ। 1666 ਈਸਵੀ ਨੂੰ ਵਿਸਾਖੀ ਵਾਲੇ ਦਿਨ ਆਪ ਨੇ ਅਨੰਦਪੁਰ ਵਿੱਚ ਭਾਰੀ ਇਕੱਠ ਕੀਤਾ। ਆਪ ਨੇ ਇਸ ਸਮੇਂ ਦੀਵਾਨ ਵਿੱਚ 5 ਸਿਰਾਂ ਦੀ ਮੰਗ ਕੀਤੀ। 5 ਸਿੱਖਾਂ ਨੇ ਗੁਰੂ ਜੀ ਦੀ ਮੰਗ ਵਾਰੋ ਵਾਰੀ ਪੂਰੀ ਕੀਤੀ। ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਅਤੇ 5 ਪਿਆਰਿਆਂ ਦੀ ਪਦਵੀ ਦਿੱਤੀ। ਬਾਅਦ ਵਿੱਚ ਆਪ ਨੇ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ। ਇਸ ਪ੍ਰਕਾਰ ਆਪ ਨੇ ਖਾਲਸਾ ਪੰਥ ਦੀ ਨੀਂਹ ਰੱਖੀ। ਆਪ ਨੇ ਕਿਹਾ, 1.25 लाख से एक लड़ाऊं, तबे गोबिंद सिंह नाम कहाऊं। ਨੈਕਸਟ ਪੁਆਇੰਟ ਆਏਗਾ ਮੁਗਲ ਫੌਜਾਂ ਨਾਲ ਯੁੱਧ ਤੇ ਕੁਰਬਾਨੀਆਂ। ਇਹਦੇ 'ਚ ਲਿਖਾਂਗੇ ਗੁਰੂ ਜੀ ਨੂੰ ਮੁਗਲ ਹਾਕਮਾਂ ਵਿਰੁੱਧ ਅਨੰਦਪੁਰ, ਚਮਕੌਰ ਤੇ ਖਿਦਰਾਣਾ ਵਿਖੇ ਯੁੱਧ ਕਰਨੇ ਪਏ। ਇਹਨਾਂ ਲੜਾਈਆਂ ਵਿੱਚ ਆਪ ਨੂੰ ਅਨੰਦਪੁਰ ਛੱਡਣਾ ਪਿਆ। ਆਪ ਆਪਣੇ ਪਰਿਵਾਰ ਨਾਲ ਵਿਛੜ ਗਏ। ਆਪ ਦੇ 2 ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਨੇ ਨਵਾਬ ਨੇ ਨੀਹਾਂ ਵਿੱਚ ਚਿਣਵਾ ਦਿੱਤਾ। ਆਪ ਜੀ ਦੇ 2 ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਮਾਤਾ ਗੁਜਰੀ ਨੇ ਸਰਹੰਦ ਦੇ ਕਿਲ੍ਹੇ ਵਿੱਚ ਹੀ ਜਾਨ ਦੇ ਦਿੱਤੀ। ਇੰਨਾ ਕੁਝ ਹੋਣ 'ਤੇ ਵੀ ਆਪ ਨੇ ਹੌਸਲਾ ਨਾ ਹਾਰਿਆ। ਆਪ ਸਾਰੀ ਸਿੱਖ ਕੌਮ ਨੂੰ ਆਪਣਾ ਪਰਿਵਾਰ ਸਮਝਦੇ ਸਨ। ਹੁਣ ਅਸੀਂ ਦੱਸਾਂਗੇ ਤਲਵੰਡੀ ਸਾਬੋ ਵਿੱਚ ਆਪ ਮਾਛੀਵਾੜਾ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ। ਇੱਥੇ ਹੀ ਆਪ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ। ਸੰਪੂਰਨ ਕੀਤਾ ਮੀਨਸ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਇਸ ਵਿੱਚ ਦਰਜ ਕੀਤਾ। ਫਿਰ ਆਪ ਨੇ ਦੀਨਾ ਕਾਂਗੜਾ ਨਾਂ ਦੇ ਸਥਾਨ ਤੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ। ਹੁਣ ਹੈ ਬੰਦਾ ਬਹਾਦਰ ਨੂੰ ਪੰਜਾਬ ਵੱਲ ਤੋਰਨਾ। ਇਹਦੇ 'ਚ ਲਿਖਾਂਗੇ ਅੰਤ ਗੁਰੂ ਜੀ ਨੰਦੇੜ ਪਹੁੰਚੇ। ਇੱਥੇ ਆਪ ਨੇ ਮਾਧੋਦਾਸ ਬੈਰਾਗੀ ਨੂੰ ਸਿੱਧੇ ਰਸਤੇ ਪਾਇਆ। ਆਪ ਨੇ ਉਸ ਨੂੰ ਸਿੰਘ ਸਜਾ ਕੇ ਉਸ ਦਾ ਨਾਮ ਬੰਦਾ ਬਹਾਦਰ ਰੱਖਿਆ ਤੇ ਜ਼ਾਲਮ ਮੁਗਲ ਰਾਜ ਦਾ ਟਾਕਰਾ ਕਰਨ ਲਈ ਪੰਜਾਬ ਵੱਲ ਭੇਜਿਆ। ਹੁਣ ਆ ਜਾਏਗਾ ਜੋਤੀ ਜੋਤ ਸਮਾਉਣਾ। ਇਹਦੇ ਵਿੱਚ ਸੰਨ 1707 ਈਸਵੀ ਨੂੰ ਇੱਕ ਮੁਸਲਮਾਨ ਨੇ ਆਪ ਦੇ ਢਿੱਡ ਵਿੱਚ ਛੁਰਾ ਮਾਰ ਕੇ ਆਪ ਨੂੰ ਜ਼ਖਮੀ ਕਰ ਦਿੱਤਾ। ਅੰਤ ਆਪ 7 ਅਕਤੂਬਰ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ। ਆਪ ਦੁਆਰਾ ਦੇਸ਼ ਤੇ ਕੌਮ ਲਈ ਕੁਰਬਾਨੀ ਭਾਰਤ ਦੇ ਇਤਿਹਾਸ ਵਿੱਚ ਸਦਾ ਅਮਰ ਰਹੇਗੀ। ਤੇ ਇਹ ਸਾਡੇ ਪੁਆਇੰਟਸ ਨੇ, ਇਹ ਤੁਸੀਂ ਲਰਨ ਕਰ ਲਿਓ। ਤੁਹਾਨੂੰ ਐਸੇ ਲਿਖਣ ਦੇ ਵਿੱਚ, ਲੇਖ ਲਿਖਣ ਦੇ ਵਿੱਚ ਆਸਾਨੀ ਮਿਲੇਗੀ। ਆਸ ਕਰਦੀ ਹਾਂ ਇਹ ਤੁਹਾਨੂੰ ਲੇਖ ਪਸੰਦ ਆਇਆ ਹੋਵੇਗਾ। ਅਗਰ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਆਪਣੇ ਦੋਸਤਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰਿਓ। ਮਿਲਦੇ ਹਾਂ ਨੈਕਸਟ ਵੀਡੀਓ 'ਚ।